ਪੰਜਾਬੀ ਕਿੱਡੇ ਲਾਈ-ਲੱਗ ਹੁੰਦੇ ਆ, ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ। ਤਾਂ ਹੀ ਵੇਖੋ ਵੇਖੀ ਸਾਰੇ ਉਦਾਂ ਹੀ ਕੈਨੇਡਾ ਆਈ ਜਾਂਦੇ ਬਿਨਾਂ ਕਿਸੇ ਰਿਸਰਚ ਕੀਤੇ। ਜੇ ਤੁਸੀਂ ਆਹ ਵੀਡੀਓ ਐਂਡ ਤੱਕ ਵੇਖ ਲਓ ਤੇ ਤੁਹਾਡੀ ਜ਼ਰੂਰ ਥੋੜੀ ਹੈਲਪ ਹੋ ਜਾਊਗੀ। ਤੁਹਾਡਾ ਟਾਈਮ, ਪੈਸਾ ਤੇ ਮਨੀ ਸਾਰਾ ਕੁਝ ਬਚ ਜਾਏਗਾ। ਆਪਣੇ ਤੇ ਇਹੋ ਜਿਹੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਸਿੱਧੇ ਇੰਡੀਆ ਤੋਂ ਪੀਆਰ ਹੋ ਕੇ ਵੀ ਆ ਸਕਦੇ ਨੇ। ਇੱਥੇ ਉਹਨਾਂ ਨੂੰ ਸਟੱਡੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਸਿੱਧੀ ਪੀਆਰ ਲੈ ਕੇ ਉਹ ਆ ਸਕਦੇ ਆ। ਅੱਜ ਦੀ ਵੀਡੀਓ 'ਚ ਮੈਂ ਸਾਰੇ ਪੁਆਇੰਟ ਕਲੀਅਰ ਕਰੂੰਗਾ ਕਿ ਤੁਸੀਂ ਕਿੱਦਾਂ ਸੌਖੀ ਪੀਆਰ ਲੈ ਸਕਦੇ ਹੋ। ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ, ਜੇ ਤੁਸੀਂ ਇੰਡੀਆ 'ਚ ਆਲਰੇਡੀ ਕੰਮ ਕੀਤਾ ਹੋਇਆ, ਤੁਹਾਡੇ ਕੋਲ 2-3 ਸਾਲ ਦਾ ਐਕਸਪੀਰੀਅੰਸ ਹੈਗਾ ਹੈ, ਫਿਰ ਤੁਸੀਂ ਉਸ ਐਕਸਪੀਰੀਅੰਸ ਦੇ ਬੇਸ ਤੇ ਤੁਸੀਂ ਆਪਣੀ ਈਜ਼ੀਲੀ ਪੀਆਰ ਲਾ ਸਕਦੇ ਹੋ। ਉਹਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ, 6 ਮਹੀਨੇ ਤੋਂ ਲੈ ਕੇ ਸਾਲ ਤੱਕ ਲੱਗ ਜਾਂਦਾ ਹੈ, ਪਰ ਤੁਹਾਡੀ ਪੀਆਰ ਜਿਹੜੀ ਉਹ ਸਿੱਧੀ ਆ ਜਾਂਦੀ ਹੈ ਕਿਉਂਕਿ ਉਹ ਵਰਕ ਐਕਸਪੀਰੀਅੰਸ ਕੈਟਾਗਰੀ ਦੇ ਵਿੱਚ ਆਉਂਦੀ ਹੈ। ਹੁਣ ਉਹ ਕਿਸੇ ਵੀ ਫੀਲਡ 'ਚ ਹੋ ਸਕਦੀ ਹੈ, ਉਹ ਗਵਰਨਮੈਂਟ ਜੌਬ ਵੀ ਹੋ ਸਕਦੀ ਹੈ, ਪ੍ਰਾਈਵੇਟ ਜੌਬ ਵੀ ਹੋ ਸਕਦੀ ਹੈ। ਤੁਸੀਂ ਇਹਦੇ ਬਾਰੇ ਰਿਸਰਚ ਕਰ ਸਕਦੇ ਹੋ, ਹੋਰ ਕੀ ਡਾਕੂਮੈਂਟਸ ਚਾਹੀਦੇ ਹੁੰਦੇ ਆ। ਆਨਲਾਈਨ ਵੀਡੀਓਜ਼ ਪਈਆਂ ਹੋਈਆਂ ਨੇ YouTube ਤੇ ਬਥੇਰੀਆਂ। ਇਹਦਾ ਸੀਗਾ ਇੱਕ ਤਰੀਕਾ ਸਿੱਧਾ ਪੀਆਰ ਆਉਣ ਦਾ ਉੱਥੋਂ। ਸੋ ਕੈਨੇਡਾ ਆਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰਨੀ ਆ ਲੋਕੇਸ਼ਨ, ਕਿਹੜੀ ਜਗ੍ਹਾ ਤੇ ਤੁਸੀਂ ਆ ਰਹੇ ਹੋ। ਹੁਣ ਇਹ ਡਿਪੈਂਡ ਕਰਦਾ ਕਿ ਜੇ ਤੁਸੀਂ +2 ਕਰਕੇ ਆ ਰਹੇ ਹੋ ਕਿ ਬੀਟੈਕ ਕਰਕੇ ਆ ਰਹੇ ਹੋ। ਜੇ +2 ਕਰਕੇ ਆ ਰਹੇ ਹੋ ਤਾਂ ਤੁਹਾਡੇ ਲਈ ਲੋਕੇਸ਼ਨ ਬਹੁਤ ਜ਼ਿਆਦਾ ਮੈਟਰ ਕਰਦੀ ਜੇ, ਕਿਉਂਕਿ ਤੁਹਾਡੇ ਬਾਅਦ ਚੋਂ ਪੁਆਇੰਟ ਨਹੀਂ ਬਣੇ, ਤੁਹਾਨੂੰ ਪੀਆਰ ਲੈਣ ਵਿੱਚ ਬਹੁਤ ਔਖ ਹੋਣੀ ਜੇ। ਕਿਉਂਕਿ ਜਿਹੜਾ ਅੱਜ ਕੱਲ CRS ਦਾ ਸਕੋਰ ਚੱਲ ਰਿਹਾ ਉਹ 460 ਤੋਂ ਅਬਵ ਚੱਲ ਰਿਹਾ ਤੇ ਉਸ ਤੋਂ ਥੱਲੇ ਨਹੀਂ ਆ ਰਿਹਾ। ਤੇ ਜਿਨ੍ਹਾਂ ਨੇ +2 ਕੀਤੀ ਹੁੰਦੀ ਆ ਉਹਨਾਂ ਦੇ ਪੁਆਇੰਟ ਹਮੇਸ਼ਾ ਸਿਰਫ 412 410 ਇੰਨੇ ਕੀ ਬਣਦੇ ਆ। ਈਵਨ ਜੇ ਤੁਸੀਂ 9 ਬੈਂਡ ਵੀ ਲੈ ਲਓ ਨਾ ਤਾਂ ਤੁਹਾਡਾ ਤਾਂ ਵੀ ਨਹੀਂ ਕੱਖ ਬਣਨਾ। ਤੇ ਐਂਡ ਤੇ ਫਿਰ ਤੁਹਾਨੂੰ ਧੱਕੇ ਖਾਣੇ ਪੈਣੇ ਜੇ, ਜਾਂ ਕਦੀ ਇੱਧਰ ਮੂਵ ਹੋਗੇ ਜਾਂ ਇੱਧਰ ਮੂਵ ਹੋਗੇ। ਉਸ ਤੋਂ ਪਹਿਲਾਂ ਹੀ ਬੈਟਰ ਹੈ ਕਿ ਤੁਸੀਂ ਲੋਕੇਸ਼ਨ ਪਹਿਲਾਂ ਹੀ ਚੂਜ਼ ਕਰਕੇ ਰੱਖੋ। ਹੁਣ ਜਿਨ੍ਹਾਂ ਨੇ ਜਿਹੜੀ ਗ੍ਰੈਜੂਏਸ਼ਨ ਕੀਤੀ ਹੁੰਦੀ ਆ ਉਹਨਾਂ ਦੇ ਪੁਆਇੰਟਸ ਰਲ ਜਾਂਦੇ ਨੇ, ਜਿਹੜੀ ਉਹਨਾਂ ਨੇ ਬੈਕ ਹੋਮ ਇੰਡੀਆ 'ਚ ਜਿਹੜੀ ਵੀ ਸਟੱਡੀ ਕੀਤੀ ਆ ਉਹ ਪੁਆਇੰਟਸ ਉਹਨਾਂ ਦੇ ਜੁੜ ਜਾਂਦੇ ਨੇ। ਇੱਥੇ ਆ ਕੇ ਤੇ ਫਿਰ ਉਹਨਾਂ ਦੇ ਜਿਹੜੇ ਪੁਆਇੰਟਸ ਆ 460 ਤੋਂ ਅਬਵ ਚੱਲ ਜਾਂਦੇ ਨੇ ਵਿਦ ਗ੍ਰੈਜੂਏਸ਼ਨ। ਪਰ ਤੁਹਾਡੇ ਕੇਸ 'ਚ ਤੁਸੀਂ ਜੇ +2 ਕੀਤੀ ਆ ਦੈਨ ਇਟਸ ਗੋਨਾ ਬੀ ਵੈਰੀ ਹਾਰਡ, ਬਹੁਤ ਔਖਾ ਹੋਣਾ ਤੁਹਾਡੇ ਵਾਸਤੇ। ਲੋਕੇਸ਼ਨ ਲੱਭਣ ਤੋਂ ਬਾਅਦ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕਿੰਨੇ ਸਾਲ ਦਾ ਕੋਰਸ ਲੈਣਾ ਹੈ, ਇਹ ਸਭ ਤੋਂ ਜ਼ਰੂਰੀ। ਕਈ ਲੋਕੀ ਕੀ ਕਰਦੇ, ਬਿੱਜੂ ਬਣ ਕੇ ਇਦਾਂ ਹੀ ਜਿੱਦਾਂ ਬਾਕੀਆਂ ਨੇ 2 ਸਾਲ ਦੀ ਸਟੱਡੀ ਲਿੱਤੀ ਹੁੰਦੀ ਆ ਉਦਾਂ ਹੀ ਮੂੰਹ ਚੱਕ ਕੇ ਆ ਜਾਂਦੇ ਨੇ। ਪਰ ਇਦਾਂ ਤੁਸੀਂ ਗਲਤੀ ਬਿਲਕੁਲ ਨਾ ਕਰਿਓ। ਸੌਰੀ ਟੂ ਬੀ ਮਾਈ ਲੈਂਗੁਏਜ, ਪਰ ਇਦਾਂ ਬਹੁਤ ਸਾਰੇ ਕਰਦੇ ਨੇ, ਤਾਂ ਕਰਕੇ ਮੈਂ ਤੁਹਾਨੂੰ ਦੱਸ ਰਿਹਾ। ਸੋ ਜੇ ਤੁਸੀਂ ਮੂਵ ਹੋ ਰਹੇ ਹੋ ਵਿਨੀਪੈਗ, ਅਲਬਰਟਾ ਜਾਂ ਇਹੋ ਜਿਹੀ ਪ੍ਰੋਵਿੰਸ ਦੇ ਵਿੱਚ ਜਿੱਥੇ ਤੁਸੀਂ PNP ਦੇ ਥਰੂ ਪੀਆਰ ਹੋਣੀ ਹੈ। PNP ਮਤਲਬ ਕਿ ਤੁਹਾਡੀ +2 ਕਰਕੇ ਤੁਸੀਂ ਆਏ ਹੋ ਤੇ ਤੁਹਾਡੇ ਪੁਆਇੰਟਸ ਨਹੀਂ ਜੁੜ ਰਹੇ ਤੇ ਫਿਰ ਤੁਹਾਨੂੰ PNP ਦੇ ਥਰੂ ਪੀਆਰ ਲੈਣੀ ਪੈਂਦੀ ਆ। ਫਿਰ ਉਸ ਕੇਸ ਦੇ ਵਿੱਚ ਤੁਸੀਂ 1 ਸਾਲ ਦੀ ਸਟੱਡੀ ਲੈ ਕੇ ਆ ਸਕਦੇ ਹੋ, ਕਿਉਂਕਿ PNP ਪ੍ਰੋਗਰਾਮ ਦੇ ਵਿੱਚ ਕੀ ਹੁੰਦਾ ਕਿ ਤੁਸੀਂ 1 ਸਾਲ ਦੀ ਸਟੱਡੀ ਕਰਕੇ ਤੇ ਨਾਲ ਹੀ ਰਾਈਟ ਵੇ ਤੁਸੀਂ ਵਰਕ ਪਰਮਿਟ ਅਪਲਾਈ ਕਰ ਦਿੰਦੇ ਹੋ ਤੇ ਤੁਹਾਨੂੰ ਜਿਹੜੀ PNP ਮਿਲ ਜਾਂਦੀ ਹੈ ਤੇ PNP ਤੋਂ ਬਾਅਦ ਤੁਹਾਨੂੰ ਪੀਆਰ ਈਜ਼ੀਲੀ ਮਿਲ ਜਾਂਦੀ ਹੈ। ਜੇ PNP ਪ੍ਰੋਸੈਸ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ, ਮੈਂ ਅਗਲੀ ਵੀਡੀਓ ਉੱਤੇ ਵੀ ਬਣਾ ਦੂੰਗਾ। ਹੁਣ ਜੇ ਤੁਸੀਂ ਸਾਲ ਦੀ ਸਟੱਡੀ ਲੈ ਕੇ ਆਓਗੇ ਤੇ ਇਹਦਾ ਮਤਲਬ ਕਿ ਤੁਹਾਨੂੰ ਸਾਲ ਦੀ ਪੜ੍ਹਾਈ ਨਹੀਂ ਕਰਨੀ ਪੈਣੀ ਤੇ ਉਸ ਤੋਂ ਬਾਅਦ ਜਿਹੜੀ ਉਹ ਫੀਸ ਹੈ ਤੁਹਾਡੀ 6 ਲੱਖ ਜਿਹੜੀ ਉਹ ਸਿੱਧੀ ਬਚ ਜਾਣੀ $12,000। ਹੋ ਇੱਥੇ ਤੁਹਾਡਾ ਪੈਸਾ ਬਚਣਾ ਹੈ, ਉਸ ਤੋਂ ਬਾਅਦ ਤੁਹਾਡਾ ਟਾਈਮ ਵੀ ਬਚਣਾ ਹੈ। ਤਾਂ ਦਿਮਾਗ ਯੂਜ਼ ਕਰਿਆ ਕਰੋ, ਇਦਾਂ ਨਾ ਕਿਸੇ ਦੇ ਪਿੱਛੇ ਲੱਗ ਜਾਇਆ ਕਰੋ ਕਿ ਉਹਨੇ ਬੰਦੇ ਨੇ 2 ਸਾਲ ਦੀ ਸਟੱਡੀ ਕੀਤੀ ਤੇ ਮੈਂ ਵੀ ਉਹੀ ਪ੍ਰੋਸੈਸ ਕਰਨਾ ਤੇ 3 ਸਾਲ ਦਾ ਵਰਕ ਪਰਮਿਟ ਲੈਣਾ। 3 ਸਾਲ ਦਾ ਵਰਕ ਪਰਮਿਟ ਲੈਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ। 2 ਸਾਲ ਦਾ ਵਰਕ ਪਰਮਿਟ ਜਾਂ 1 ਸਾਲ ਦਾ ਵਰਕ ਪਰਮਿਟ ਇਨਫ ਹੁੰਦਾ ਹੈ। 1 ਸਾਲ ਦੀ ਪੜ੍ਹਾਈ ਕਰਕੇ ਤੁਹਾਨੂੰ ਕਈ ਵਾਰੀ 3 ਸਾਲ ਦਾ ਵਰਕ ਪਰਮਿਟ ਵੀ ਮਿਲ ਜਾਂਦਾ। ਬਾਈ ਮਿਸਟੇਕ ਉਹਨਾਂ ਕੋਲੋਂ ਦਿੱਤੇ ਨੇ, ਮੇਰੇ ਫਰੈਂਡਸ ਨੂੰ ਕਈਆਂ ਨੂੰ ਵੀ ਮਿਲੇ ਨੇ ਜਿਨ੍ਹਾਂ ਨੇ 1 ਸਾਲ ਦੀ ਪੜ੍ਹਾਈ ਕੀਤੀ ਹੈ। ਸੋ ਇਹ ਤਾਂ ਤਰੀਕਾ ਸੀ ਉਹਨਾਂ ਵਾਸਤੇ। +2 ਜਿਹੜੇ ਕਰਕੇ ਆਉਂਦੇ ਨੇ PNP ਲੈ ਕੇ ਜਾਂਦੇ ਨੇ ਤੇ ਫਿਰ ਪੀਆਰ ਲੈਂਦੇ ਨੇ। ਹੁਣ ਜੇ ਤੁਸੀਂ ਬੀਟੈਕ ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਕਿਸੇ ਵੀ ਫੀਲਡ ਦੇ ਵਿੱਚ, ਤੁਹਾਡੇ ਲਈ ਕੀ ਹੈ, ਤੁਸੀਂ ਫੀਲਡ ਜੌਬ ਲੱਭੋ। ਜੇ ਫੀਲਡ ਜੌਬ ਨਹੀਂ ਲੱਭਦੀ ਤੁਹਾਨੂੰ ਤਾਂ ਤੁਹਾਡੇ ਲਈ ਬੜਾ ਔਖਾ ਹੋਣਾ ਹੈ। ਤੁਹਾਨੂੰ ਵੀ ਫਿਰ ਸੇਮ ਪ੍ਰੋਸੈਸ ਕਰਨਾ ਪੈਣਾ ਜੋ +2 ਵਾਲੇ ਕਰਦੇ ਨੇ। ਸੋ ਤੁਹਾਨੂੰ ਵੀ ਮੂਵ ਹੋਣਾ ਪੈਂਦਾ ਹੈ। ਸੋ ਫੀਲਡ ਜੌਬ ਇਹ ਨਹੀਂ ਕਿ ਜਿਹੜੀ ਤੁਸੀਂ ਸਟੱਡੀ ਕੀਤੀ ਹੈ ਸਿਰਫ ਉਸੇ ਦੇ ਵਿੱਚ ਹੀ ਤੁਹਾਡੀ ਹੋਣੀ ਚਾਹੀਦੀ ਹੈ ਜੌਬ। ਜੇ ਕਿਸੇ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਤੇ ਉਹਨੂੰ ਇੰਜੀਨੀਅਰਿੰਗ ਦੀ ਜੌਬ ਮਿਲਣੀ ਚਾਹੀਦੀ, ਨਾ। ਫੀਲਡ ਜੌਬ ਦਾ ਮਤਲਬ ਕਿ ਨੌਕ B ਦੀ ਜੌਬ ਹੋਣੀ ਚਾਹੀਦੀ ਹੈ। ਉਹ ਕਿਸੇ ਵੀ ਪੋਜੀਸ਼ਨ ਦੇ ਵਿੱਚ ਹੋ ਸਕਦੀ ਹੈ। ਤੁਸੀਂ ਟਿਮ ਹਾਰਟਨ 'ਚ ਸੁਪਰਵਾਈਜ਼ਰ ਦੀ ਜੌਬ ਕਰ ਸਕਦੇ ਹੋ, ਤੁਸੀਂ ਮੈਨੇਜਰ ਲੱਗ ਸਕਦੇ ਹੋ ਕਿਸੇ ਕਾਰ ਇੰਡਸਟਰੀ ਦੇ ਵਿੱਚ ਜਾਂ ਕਿਸੇ ਵੀ ਫੀਲਡ ਦੇ ਵਿੱਚ, ਫੂਡ ਇੰਡਸਟਰੀ ਦੇ ਵਿੱਚ, ਕਿਸੇ ਵੀ ਜਗ੍ਹਾ ਤੇ ਤੁਹਾਡੀ ਜਿਹੜੀ ਨੌਕ B ਦੀ ਪੋਜੀਸ਼ਨ ਹੋਣੀ ਚਾਹੀਦੀ ਹੈ। ਉਹ ਤੁਸੀਂ ਚੈੱਕ ਕਰ ਸਕਦੇ ਹੋ ਆਨਲਾਈਨ ਕਿ ਤੁਹਾਡੀ ਜਿਹੜੀ ਜੌਬ ਆ ਉਸ ਕੈਟਾਗਰੀ ਦੇ ਵਿੱਚ ਆਉਂਦੀ ਹੈ ਕਿ ਨਹੀਂ ਆਉਂਦੀ। ਇਹ ਬਹੁਤ ਜ਼ਰੂਰੀ ਸਟੈਪ ਆ, ਕਿਉਂਕਿ ਕਈ ਬੰਦੇ ਮਿਸਗਾਈਡ ਕਰ ਦਿੰਦੇ ਨੇ। ਕਈ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਕਿ ਫੀਲਡ ਜੌਬ ਕੀ ਹੁੰਦੀ ਆ। ਉਹ ਨੌਕ B ਦੇਖਦੇ ਨਹੀਂ ਆ, ਸਿਰਫ ਇਹੀ ਉਹ ਦੇਖਦੇ ਆ ਕਿ ਜੋ ਪੜ੍ਹਾਈ ਕੀਤੀ ਹੈ ਉਹਦੇ ਰਿਲੇਟਡ ਉਹਨਾਂ ਨੂੰ ਜੌਬ ਚਾਹੀਦੀ ਆ। This is totally wrong. ਸੋ ਜਦੋਂ ਤੁਹਾਨੂੰ ਫੀਲਡ ਜੌਬ ਲੱਗ ਜਾਂਦੀ ਆ, ਸਾਲ ਦਾ ਐਕਸਪੀਰੀਅੰਸ ਤੁਸੀਂ ਲੈ ਲੈਂਦੇ ਹੋ ਤੇ ਫਿਰ ਉਸ ਤੋਂ ਬਾਅਦ ਤੁਸੀਂ ਰਾਈਟ ਵੇ ਆਪਣੀ ਪੀਆਰ ਅਪਲਾਈ ਕਰ ਦਿੰਦੇ ਹੋ ਤੇ ਤੁਹਾਡੀ ਵਿਦਿਨ 3 to 6 ਮੰਥ ਜਿਹੜੀ ਉਹ ਪੀਆਰ ਹੋ ਜਾਂਦੀ ਹੈ ਈਜ਼ੀਲੀ। ਤੇ ਉਹਦੇ ਲਈ ਜਿਹੜਾ PNP ਦਾ ਪ੍ਰੋਸੈਸ ਆ ਉਹ ਤੁਹਾਨੂੰ ਘੱਟੋ ਘੱਟ ਸਾਲ ਦਾ ਲੰਬਾ ਪ੍ਰੋਸੈਸ ਚੱਲ ਜਾਂਦਾ ਹੈ। ਫਿਰ ਉਹ ਥੋੜਾ ਜਿਹਾ ਔਖਾ ਹੁੰਦਾ ਹੈ, ਪਰ ਇਹਦੇ ਵਿੱਚ ਐਕਸਪ੍ਰੈਸ ਐਂਟਰੀ ਲੱਗਦੀ ਹੈ ਬੀਟੈਕ ਵਾਲਿਆਂ ਦੀ, ਗ੍ਰੈਜੂਏਸ਼ਨ ਵਾਲਿਆਂ ਦੀ। ਫਿਰ ਉਹਨਾਂ ਦਾ ਈਜ਼ੀ ਹੋ ਜਾਂਦਾ ਥੋੜਾ, 3 ਤੋਂ 6 ਮਹੀਨਿਆਂ ਦੇ ਵਿੱਚ ਪੀਆਰ ਸੌਖੀ ਆ ਜਾਂਦੀ ਹੈ। ਹੁਣ ਕਈ ਪ੍ਰੋਵਿੰਸਾਂ ਦੇ ਪ੍ਰੋਗਰਾਮ ਹੁੰਦੇ ਨੇ, ਐਜੂਕੇਸ਼ਨ ਪ੍ਰੋਗਰਾਮ ਹੁੰਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ, ਜਿਨ੍ਹਾਂ ਦੇ ਵਿੱਚ ਉਹ ਕੀ ਕਰਦੇ ਨੇ ਕਿ ਸਟੂਡੈਂਟ ਸਿਰਫ ਪੜ੍ਹਾਈ ਕਰਦੇ ਨੇ ਉਹ ਵਾਲੀ ਤੇ ਰਾਈਟ ਵੇ ਪੀਆਰ ਵੀ ਲਾ ਦਿੰਦੇ ਨੇ। ਹੁਣ ਕਈ ਵਾਰੀ ਮਾਸਟਰਸ ਦੇ ਕੋਰਸ ਹੁੰਦੇ ਨੇ, ਜੇ ਤੁਸੀਂ ਮਾਸਟਰਸ ਕਰ ਰਹੇ ਹੋ ਤਾਂ ਤੁਹਾਨੂੰ ਕਈ ਵਾਰੀ ਐਕਸਪੀਰੀਅੰਸ ਲੈਣ ਦੀ ਵੀ ਲੋੜ ਨਹੀਂ ਪੈਂਦੀ। ਇਹੋ ਜਿਹੇ ਓਪਨ ਹੁੰਦੇ ਨੇ ਪ੍ਰੋਗਰਾਮ, ਪਰ ਉਹ ਕਦੀ ਹੁੰਦੇ ਨੇ। ਜਿੱਦਾਂ ਹੁਣ ਰੀਸੈਂਟਲੀ TR to PR ਪ੍ਰੋਗਰਾਮ ਓਪਨ ਹੋਇਆ ਸੀ ਤੇ ਉਹਦੇ ਵਿੱਚ ਬੜੇ ਜਾਣਿਆਂ ਨੇ ਅਪਲਾਈ ਕੀਤਾ ਸੀ ਤੇ ਉਹਦੇ ਵਿੱਚ ਕੋਈ ਰਿਕੁਆਇਰਮੈਂਟਸ ਨਹੀਂ ਇੰਨੀ ਖਾਸ ਹੈਗੀਆਂ ਸੀ। ਰਾਈਟ ਵੇ ਸਿਰਫ IELTS ਚਾਹੀਦੀ ਸੀ ਤੇ ਬੜੇ ਜਾਣਿਆਂ ਦੀ PR ਬਹੁਤ ਛੇਤੀ ਹੋ ਗਈ ਸੀ। ਵਿਦਿਨ
2 ਤੋਂ 3 ਮੰਥਸ ਹੋ ਗਏ ਸੀ ਤੇ ਉਹਨਾਂ ਨੇ ਕੁਝ ਖਾਸ ਵਰਕ ਐਕਸਪੀਰੀਅੰਸ ਵੀ ਨਹੀਂ ਮੰਗਿਆ ਸੀ ਉਦੋਂ। ਹੁਣ ਇਹਨਾਂ ਪ੍ਰੋਗਰਾਮਸ ਦੀ ਕੋਈ ਟਾਈਮ ਪੀਰੀਅਡ ਲੈਂਥ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਉਸ ਟਾਈਮ ਪੀਰੀਅਡ ਦੇ ਵਿੱਚ ਅਪਲਾਈ ਕਰਨਾ ਹੁੰਦਾ ਹੈ। ਕਈ ਪ੍ਰੋਗਰਾਮਸ ਦੀ 2 ਸਾਲ ਹੁੰਦੀ ਹੈ, ਕਈ ਪ੍ਰੋਗਰਾਮਸ ਦੀ 1 ਸਾਲ ਹੁੰਦੀ ਹੈ। ਜਿਹੜਾ TR to PR ਰੀਸੈਂਟਲੀ ਆਇਆ ਸੀ ਲਾਸਟ ਈਅਰ, ਉਸ ਪ੍ਰੋਗਰਾਮ ਦੀ ਲੈਂਥ ਸਿਰਫ 6 ਤੋਂ 8 ਮਹੀਨੇ ਉਹਨਾਂ ਨੇ ਰੱਖੀ ਸੀ ਤੇ ਉਹਦੇ ਵਿੱਚ ਜਿਨ੍ਹਾਂ ਨੇ ਅਪਲਾਈ ਕਰਤਾ ਸੀ ਉਹਨਾਂ ਦੀ PR ਹੋ ਗਈ ਸੀ ਤੇ ਬਾਕੀ ਉਹਨਾਂ ਨੇ ਰਹਿਣ ਤੇ ਸੀ। ਹੁਣ ਇੱਥੇ ਇੱਕ ਸਭ ਤੋਂ ਜ਼ਰੂਰੀ ਇੰਪੋਰਟੈਂਟ ਮੈਂ ਪੁਆਇੰਟ ਦੱਸ ਦਿੰਦਾ ਕਿ ਜੇ ਇਨ ਫਿਊਚਰ ਇਦਾਂ ਦਾ ਕੋਈ ਵੀ ਪ੍ਰੋਗਰਾਮ ਆ ਜਾਂਦਾ ਤੇ ਤੁਸੀਂ ਪ੍ਰੀਪੇਅਰ ਰਹੋ ਕਿ ਤੁਸੀਂ ਆਪਣੀ ਆਇਲਸ ਕਰਕੇ ਰੱਖੋ। ਬੜੇ ਸਾਰੇ ਮੇਰੇ ਫਰੈਂਡਸ ਸੀ ਜਿਹੜੇ TR to PR ਪ੍ਰੋਗਰਾਮ ਦੇ ਵਿੱਚ ਅਪਲਾਈ ਨਹੀਂ ਕਰ ਸਕੇ। ਉਹਦਾ ਰੀਜ਼ਨ ਇਹੀ ਸੀ ਕਿ ਉਹਨਾਂ ਕੋਲ ਆਇਲਸ ਨਹੀਂ ਕੀਤੀ ਹੋਈ ਸੀ। ਆਇਲਸ ਦੀ ਡੇਟ ਉਸ ਵੇਲੇ ਪੂਰੀ ਮਤਲਬ ਫੁੱਲ ਹੋ ਗਈ ਸੀ ਜਦੋਂ ਸਾਰਾ ਪ੍ਰੋਗਰਾਮ ਓਪਨ ਹੋਇਆ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਹਾੜੀ ਆ ਗਿਆ ਸੀ ਇੱਕਦਮ ਕਹਿ ਲਓ। ਸੋ ਇਸ ਕਰਕੇ ਆਪਣਾ ਜਿਹੜਾ ਆਇਲਸ ਦਾ ਸਿਸਟਮ ਆ ਉਹ ਪਹਿਲਾਂ ਪ੍ਰੀਪੇਅਰ ਰੱਖਣਾ, ਕਿਉਂਕਿ ਇੱਥੇ ਪ੍ਰੋਗਰਾਮ ਓਪਨ ਹੁੰਦੇ ਰਹਿੰਦੇ ਆ ਤੇ ਈਜ਼ੀਲੀ PR ਫਿਰ ਬੜੀ ਛੇਤੀ ਹੋ ਜਾਂਦੀ ਆ। ਪਰ ਜਿਹੜੇ ਲੇਜ਼ੀ ਹੁੰਦੇ ਨੇ ਉਹ ਫਿਰ ਰਹਿ ਜਾਂਦੇ ਨੇ ਆਇਲਸ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ, ਤੇ ਤੁਸੀਂ ਇਹ ਗਲਤੀ ਨਾ ਕਰਿਓ। ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਹੁਣ ਤੁਹਾਨੂੰ ਘੱਟੋ ਘੱਟ 8-7 ਬੈਂਡ ਚਾਹੀਦੇ ਆ। ਉਹਦਾ ਰੀਜ਼ਨ ਇਹ ਹੈ ਕਿ ਤਾਂ ਹੀ ਤੁਹਾਡੇ ਪੁਆਇੰਟਸ ਹਾਈ ਬਣਨਗੇ। ਅੱਜ ਜਿਹੜੀ ਰੀਸੈਂਟਲੀ ਸਕੋਰ ਆਇਆ ਉਹ ਆਇਆ ਘੱਟੋ ਘੱਟ 490 ਸਕੋਰ ਆਇਆ। ਸੋ ਇੰਨਾ ਜ਼ਿਆਦਾ ਸਕੋਰ ਤਾਂ ਹੀ ਪੂਰਾ ਹੋਣਾ ਹੈ ਜੇ ਤੁਹਾਡੇ ਆਇਲਸ ਤੋਂ ਚੰਗੇ ਬੈਂਡ ਨੇ, ਗ੍ਰੈਜੂਏਸ਼ਨ ਕੀਤੀ ਹੋਈ ਆ ਤੇ ਸਾਰੇ ਪੁਆਇੰਟਸ ਬਣਦੇ ਆ ਤੇ ਐਕਸਪੀਰੀਅੰਸ ਤੁਹਾਡੇ ਕੋਲ ਹੈਗਾ ਤੇ ਇਹ ਤਰੀਕੇ ਨੇ ਥੋੜੇ ਜਿਹੇ PR ਹੋਣ ਦੇ ਈਜ਼ੀਲੀ। ਅਦਰਵਾਈਜ਼ ਮੈਂ ਤੁਹਾਨੂੰ ਕਦੇ ਵੀ ਰეკਮੈਂਡ ਨਹੀਂ ਕਰੂੰਗਾ ਕਿ ਤੁਸੀਂ ਓਨਟਾਰੀਓ ਆਓ ਜੇ ਤੁਸੀਂ +2 ਕੀਤੀ ਹੋਈ ਆ, ਕਿਉਂਕਿ ਤੁਹਾਨੂੰ ਅਲਟੀਮੇਟਲੀ ਫਿਰ ਉਧਰ ਹੀ ਧੱਕੇ ਖਾਣੇ ਪੈਣੇ ਆ ਦੂਸਰੀ ਪ੍ਰੋਵਿੰਸ ਦੇ ਵਿੱਚ ਜਾਣ ਤੇ ਬਹੁਤ ਸਾਰੇ ਲੋਕ ਵਿਨੀਪੈਗ ਪ੍ਰੈਫਰ ਕਰਦੇ ਨੇ। ਉਸ ਤੋਂ ਇਲਾਵਾ ਨੋਵਾ ਸਕੋਸ਼ੀਆ ਵੀ ਜਾਂਦੇ ਨੇ। ਅਲਬਰਟਾ ਦੇ ਥੋੜੇ ਜਿਹੇ ਰੂਲ ਚੇਂਜ ਹੋਏ ਨੇ, ਆਮ ਨਾਟ ਸ਼ੋਰ ਅਬਾਊਟ ਦੈਟ। ਤੇ ਤੁਸੀਂ ਕੋਸ਼ਿਸ਼ ਕਰੋ ਕਿ ਜੇ ਤੁਸੀਂ ਇਹ ਸਭ ਕੈਟੇਗਰੀ ਦੇ ਵਿੱਚ +2 ਵਾਲੀ ਕੈਟੇਗਰੀ ਚ ਆਉਂਦੇ ਹੋ ਤੇ ਆਹ ਸਾਰੀਆਂ ਗੱਲਾਂ ਦਾ ਧਿਆਨ ਰੱਖੋ। ਆਪਣੀ ਲੋਕੇਸ਼ਨ, ਫੀਲਡ, ਸਟੱਡੀ ਸਾਰਾ ਕੁਝ ਰਿਸਰਚ ਕਰਕੇ ਫਿਰ ਉਧਰ ਜਾਓ, ਨਾ ਕਿ ਇਹ ਸੋਚੋ ਕਿ GTA ਚ ਜਾਣਾ ਸਾਰੇ ਉਧਰ ਜਾਂਦੇ ਨੇ, ਉਧਰ ਥੋੜਾ ਜਿਹਾ ਹਾਈਲਾਈਟਡ ਏਰੀਆ ਹੈ, ਇਹ ਨਾ ਸੋਚਿਓ। ਉਸ ਤੋਂ ਬਾਅਦ ਤੁਸੀਂ ਪ੍ਰੋਵਿੰਸ ਇੱਕ ਵਾਰੀ PR ਲੈ ਲਈ, ਤੁਸੀਂ ਕਿਤੇ ਵੀ ਮੂਵ ਹੋ ਸਕਦੇ ਹੋ। ਇਦਾਂ ਦੀ ਕੋਈ ਬਾਉਂਡੇਸ਼ਨ ਨਹੀਂ ਹੈਗੀ ਕਿ ਤੁਹਾਨੂੰ 2 ਸਾਲ ਇੱਥੇ ਰਹਿਣਾ ਜਾਂ ਇਦਾਂ ਰਹਿਣਾ, ਕਿਉਂਕਿ ਜਦੋਂ 5 ਸਾਲ ਤੁਹਾਡਾ PR ਕਾਰਡ ਆ ਜਾਂਦਾ ਹੈ, 5 ਸਾਲ ਬੜਾ ਲੰਬਾ ਪ੍ਰੋਸੈਸ ਹੁੰਦਾ, ਬੜਾ ਲੰਬਾ ਪੀਰੀਅਡ ਹੁੰਦਾ ਹੈ ਤੇ ਉਹਦੇ ਵਿੱਚ ਤੁਸੀਂ ਆਪਣੀ ਸਿਟੀਜ਼ਨਸ਼ਿਪ ਵੀ ਲੈ ਸਕਦੇ ਹੋ ਉਸ ਦੌਰਾਨ। ਫਿਰ ਉਸ ਤੋਂ ਬਾਅਦ ਤੁਹਾਨੂੰ ਕੋਈ ਬਾਉਂਡੇਸ਼ਨ ਨਹੀਂ ਹੁੰਦੀ, ਜੋ ਮਰਜ਼ੀ ਕਰੋ, ਜਿੱਥੇ ਮਰਜ਼ੀ ਜਾਓ। ਬਸ ਇੱਕ ਗੱਲ ਦਾ ਧਿਆਨ ਰੱਖਣਾ ਹੈ ਸਾਰੀ ਪ੍ਰੋਸੈਸ ਦੇ ਦੌਰਾਨ ਕਿ ਤੁਸੀਂ ਆਪਣਾ ਰਿਕਾਰਡ ਜਿਹੜਾ ਕਲੀਨ ਰੱਖਿਓ। ਕੋਈ ਵੀ ਤੁਹਾਡੇ ਉੱਪਰ ਕ੍ਰਿਮੀਨਲ ਚਾਰਜ ਨਾ ਹੋਵੇ, ਕੋਈ ਡਰੰਕ ਐਂਡ ਡਰਾਈਵਿੰਗ ਦਾ ਕੇਸ ਨਾ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚਾਰਜ ਪੈਂਡਿੰਗ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇ ਤੁਹਾਡਾ ਕੋਈ ਵੀ ਚਾਰਜ ਪੈਂਡਿੰਗ ਹੋਇਆ ਫਿਰ ਤੁਹਾਡਾ ਰੱਬ ਵੀ ਨਹੀਂ ਰਾਖਾ, ਕਿਉਂਕਿ ਇੱਥੇ ਗਵਰਨਮੈਂਟ ਜਿਹੜੀ ਆ ਬੜੀ ਕਹਿ ਲਓ ਵੀ ਸਖਤ ਆ ਉਹਨਾਂ ਬੰਦਿਆਂ ਖਿਲਾਫ ਜਿਹੜੇ ਇਹੋ ਜਿਹਾ ਕੋਈ ਕ੍ਰਾਈਮ ਜਾਂ ਕੁਛ ਇਦਾਂ ਦਾ ਕਰਦੇ ਆ। ਸੋ ਆਪਣਾ ਰਿਕਾਰਡ ਜਿਹੜਾ ਕਲੀਨ ਰੱਖਿਓ। ਬਾਕੀ ਆਪਾਂ ਮਿਲਦੇ ਆ ਨੈਕਸਟ ਵੀਡੀਓ 'ਚ, ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਕੋਈ ਗੱਲ ਚੱਜ ਦੀ ਲੱਗੀ ਤੇ। ਥੈਂਕ ਯੂ।